ਕੀ ਕਹੋਗੇ ਅੱਜ ਜਿਹੜਾ ਕਾਂਗਰਸ ਵੱਲੋਂ ਐਲਾਨ ਹੈ? ਬਿਲਕੁਲ ਸਹੀ ਫੈਸਲਾ ਲਿੱਤਾ ਹੈ ਸਾਡੇ ਲੀਡਰਾਂ ਨੇ। ਸਾਡੇ ਚਰਨਜੀਤ ਸਿੰਘ ਚੰਨੀ ਇੱਕ ਹੋਣਹਾਰ ਪੜ੍ਹੇ ਲਿਖੇ ਕਾਬਿਲ ਇਨਸਾਨ ਨੇ ਤੇ ਨਾਲ ਪੈਰ ਉਹਨਾਂ ਦੇ ਜ਼ਮੀਨ ਦੇ ਉੱਤੇ ਨੇ, ਕਿਉਂਕਿ ਉਹ ਗਰੀਬਾਂ ਦੇ ਵਿੱਚੋਂ ਉੱਠ ਕੇ ਬਣੇ ਨੇ ਜੋ ਬਣੇ ਨੇ। ਉਹਨਾਂ ਨੂੰ ਇੱਕ ਇੱਕ ਬੰਦੇ ਦਾ ਪਤਾ ਹੈ ਕਿ ਕੀ ਲੋੜਾਂ ਨੇ, ਕਿੱਦਾਂ ਕੀ ਮੁਸ਼ਕਿਲਾਂ ਨੇ, ਕੀ ਕਰਨਾ ਚਾਹੀਦਾ ਹੈ। ਮੈਨੂੰ ਬੜੀ ਉਮੀਦ ਹੈ ਕਿ ਸਾਡੇ ਪੰਜਾਬ ਨੂੰ ਇਹ ਹੁਣ ਚੁੱਕ ਕੇ ਫਿਰ ਨੰਬਰ 1 ਦੇ ਵਿੱਚ ਫਿਰ ਲੈ ਜਾਣਗੇ। ਰਾਹੁਲ ਗਾਂਧੀ ਜੀ ਨੇ ਜੋ ਫੈਸਲਾ ਲਿਆ ਕੀ ਖੁਸ਼ ਹੋ ਸਕਦੇ? ਮੈਨੂੰ ਵੀ ਪੁੱਛਿਆ ਸੀ, ਜਿੰਨੇ ਕੈਂਡੀਡੇਟ, ਜਿੰਨੇ MP, ਜਿੰਨੇ ਸਾਡੇ ਲੀਡਰ, ਸਾਰਿਆਂ ਦੀ ਰਾਏ ਲੈ ਕੇ ਫਿਰ ਉਹਨਾਂ ਨੇ ਕੀਤਾ ਜੀ। ਫੋਨ ਆਉਂਦੇ ਰਹੇ ਨੇ ਤੇ ਇਹ ਜਿਹੜੀ ਸਰਵੇ ਹੋਈ ਹੈ ਬਿਲਕੁਲ ਸਹੀ ਹੋਈ ਹੈ। ਮੈਨੂੰ ਬੜੀ ਉਮੀਦ ਸੀ ਕਿ ਇਹ ਬਣਨਗੇ। ਬੜੀ ਖੁਸ਼ ਹੈ ਕਿ ਜਿਨ੍ਹਾਂ ਦਾ ਨਾਮ ਮੈਂ ਪਾਇਆ ਸੀ ਉਹੀ ਬਣ ਗਏ। ਤੁਹਾਡੇ ਹਲਕੇ ਦੀ ਗੱਲ ਕਰਕੇ ਤਾਂ ਤੁਹਾਨੂੰ ਜਿਹੜਾ ਕਾਂਗਰਸ ਨੇ ਉਮੀਦਵਾਰ ਐਲਾਨਿਆ ਦੂਸਰੀ ਵਾਰ, ਹਲਕੇ ਵਿੱਚ ਜਾ ਰਹੇ ਹੋ, ਕਿੱਦਾਂ ਦਾ ਰਿਸਪੌਂਸ ਮਿਲ ਰਿਹਾ? ਮੈਨੂੰ ਰਿਸਪੌਂਸ ਬਹੁਤ ਅੱਛਾ ਮਿਲ ਰਿਹਾ ਹੈਗਾ ਜੀ। ਇਹ ਗੱਲ ਹੈ ਨਾ ਜੀ ਕਿ ਅਸੀਂ 5 ਸਾਲ MLA ਨਹੀਂ ਰਹੇ, ਸਰਕਾਰ ਆਪਣੀ ਸੀ, ਜਿੰਨੀ ਜੋਗੀ ਸੀ ਮੈਂ ਕੰਮ ਕੀਤੇ ਨੇ। ਮਗਰ ਜੇ ਕਿਤੇ ਮੈਂ ਹੁਕੂਮਤ ਵਿੱਚ ਹੁੰਦੀ ਆਪਣੀ ਕਾਂਗਰਸ ਦੇ ਨਾਲ, ਇਹ ਤਾਂ ਮੈਂ ਜ਼ਰੂਰ ਕਹਿੰਦੀ ਕਿ ਜਿਵੇਂ ਬਰਾੜ ਸਾਹਿਬ ਨੇ ਹਲਕਾ ਤਾਂ ਬਿਲਕੁਲ ਕਾਇਆ ਪਲਟ ਕਰਤੀ ਸੀ, ਮੈਂ ਵੀ ਉਹੀ ਕਰਨੀ ਸੀ ਤੇ ਹੁਣ ਮੈਨੂੰ ਉਮੀਦ ਹੈ ਮੈਂ ਕਰ ਸਕੂੰਗੀ। ਸਾਡੀ ਟੀਮ ਨੇ ਜਿਹੜਾ ਸੀਗਾ ਹਲਕਾ ਮੁਕਤਸਰ ਵਿਖੇ ਜਿਹੜਾ ਦੌਰਾ ਵੀ ਕੀਤਾ ਸੀ, ਪਰ ਲੋਕ ਵਿਕਾਸ ਨੂੰ ਲੈ ਕੇ ਹਲੇ ਵੀ ਨਿਰਾਸ਼ ਨੇ ਕਾਂਗਰਸ। ਦੇਖੋ, ਵਿਕਾਸ ਹੌਲੀ ਹੌਲੀ ਹੁੰਦਾ ਹੈ। ਸਾਡੀ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈਗੀ ਨਾ ਜੀ, ਜਿਹੜੀ ਸੇਮ ਦੀ, ਪੀਣ ਵਾਲੇ ਪਾਣੀ ਦੀ ਤੇ ਸੀਵਰੇਜ ਦੀ। ਇਹਦੇ ਉੱਤੇ ਅਸੀਂ ਹੁਣ ਕੰਮ ਤਾਂ ਸ਼ੁਰੂ ਕੀਤਾ ਹੈ। 10 ਸਾਲ ਅਕਾਲੀਆਂ ਦੇ ਰਾਜ ਦੇ ਵਿੱਚ ਤਾਂ ਇਹਨਾਂ ਨੇ ਹੱਥ ਵੀ ਨਹੀਂ ਲਾਇਆ ਸੀ। ਹੁਣ ਸਾਡੀਆਂ ਸਕੀਮਾਂ ਬਣੀਆਂ ਕਿ ਮੁਕਤਸਰ ਦੇ ਵਿੱਚ ਇੱਕ ਸਟੋਰਮ ਡਰੇਨ ਹੋਣੀ ਚਾਹੀਦੀ, ਕਿ ਨਿਕਾਸੀ ਨਾਲੇ ਹੋਣੇ ਚਾਹੀਦੇ ਨੇ ਕਿ ਇੱਥੇ ਪਾਣੀ ਨਾ ਰੁਕੇ। ਅਮਰੁਤ ਸਕੀਮ ਦੇ ਉੱਤੇ 107 ਕਰੋੜ ਤਾਂ ਪਹਿਲੇ ਪਾਸ ਹੋ ਚੁੱਕੇ ਨੇ, ਉਹਦੇ ਵਿੱਚੋਂ 40 ਕਰੋੜ ਲੱਗ ਰਹੇ ਨੇ। ਪਾਈਪਲਾਈਨ ਸਿੱਧੀ ਜਾ ਰਹੀ ਹੈਗੀ ਆਪਣੇ ਵਾਟਰ ਵਰਕਸ ਨੂੰ ਕਿ ਇੱਥੇ ਪਾਣੀ ਦੀ ਬੰਦੀ ਕਦੀ ਨਾ ਲੱਗੇ, ਕਿੱਲਤ ਨਾ ਹੋਵੇ, ਕਿਉਂਕਿ ਨੀਚੇ ਸਾਡਾ ਜਿਹੜਾ ਜ਼ਮੀਨੀ ਪਾਣੀ ਹੈ ਉਹ ਦੂਸ਼ਿਤ ਹੈਗਾ। ਇਹਦੇ ਬਜਾਏ ਆਊਟਲਾਈਂਗ ਏਰੀਆਜ਼ ਦੇ ਲਈ ਵੀ ਸਕੀਮ ਬਣੀ ਹੋਈ ਹੈ ਕਿ ਕਿਵੇਂ ਸੀਵਰੇਜ ਪੈਣਾ, ਕਿਵੇਂ ਡਰਿੰਕਿੰਗ ਵਾਟਰ ਆਉਣਾ। ਇਹ ਤਾਂ ਹੋਈਆਂ ਸਹੂਲਤਾਂ ਜਿਹੜੀਆਂ ਅਸੀਂ ਦੇਣੀਆਂ। ਗਲੀਆਂ ਨਾਲੀਆਂ ਤਾਂ ਬਣਦੀਆਂ ਰਹੀਆਂ, ਮਗਰ ਇਹਦੇ ਨਾਲ ਮੈਂ ਕਹਿੰਦੀ ਹਾਂ ਕਿ ਇੱਥੇ ਕਰਜ਼ਾ ਮਾਫੀ ਜਿਹੜੀ ਕੀਤੀ ਹੈ ਬਹੁਤ ਅੱਛੀ ਹੋਈ, ਮਗਰ ਹੁਣ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਆਪਣੇ ਜਿਹੜੇ ਫੰਡਸ ਆਉਂਦੇ ਨੇ ਉੱਥੇ ਲਾਈਏ ਜਿੱਥੇ ਅਸੀਂ ਤਰੱਕੀ ਦੇ ਵੱਲ, ਖੁਸ਼ਹਾਲੀ ਦੇ ਵੱਲ ਤੁਰੀਏ। ਇਹ ਨਹੀਂ ਕਿ ਅਸੀਂ ਐਵੇਂ ਵੰਡਦੇ ਰਹੀਏ ਤੇ ਉੱਥੇ ਦੇ ਉੱਥੇ ਫਿਰ ਕੱਸਦੇ ਰਹੀਏ। ਸਾਨੂੰ ਚਾਹੀਦੀਆਂ ਇੱਥੇ ਫੈਕਟਰੀਆਂ, ਜੇ ਫੂਡ ਪ੍ਰੋਸੈਸਿੰਗ ਦੀਆਂ। ਹਰਸਿਮਰਤ ਬਾਦਲ ਜੀ ਆਪਣੇ ਕੈਬਨਿਟ ਮੰਤਰੀ ਸੀਗੇ ਦਿੱਲੀ ਦੇ ਵਿੱਚ, ਭਾਰਤ ਸਰਕਾਰ ਦੇ 2 ਵਾਰੀ ਕੈਬਨਿਟ ਮਿਨਿਸਟਰ ਬਣੇ ਨੇ ਉਹ ਫੂਡ ਪ੍ਰੋਸੈਸਿੰਗ। ਇੱਕ ਵੀ ਨਹੀਂ ਇੱਥੇ ਲੈ ਕੇ ਆਏ ਫੂਡ ਪਾਰਕ। ਜੇ ਸਾਡੇ ਵਰਗੇ ਅੱਗੇ ਲੱਗਣ, ਜਗ੍ਹਾ ਜਗ੍ਹਾ ਦੇ ਵਿੱਚ ਲੱਗਣ, ਕਿਉਂਕਿ ਅਸੀਂ ਹੈਗੇ ਇੱਕ ਐਗਰੀਕਲਚਰਲ ਸਟੇਟ। ਸਾਡਾ ਸਾਰਾ ਜੋ ਵੀ ਹੈ ਇਕਨੋਮਿਕਸ ਜਿਹੜੀਆਂ ਹੈਗੀਆਂ ਉਹ ਖੇਤੀ ਦੇ ਉੱਤੇ ਨੇ, ਤੇ ਅਸੀਂ ਉਹ ਖੇਤੀ ਨੂੰ ਹੁਣ ਕੁਝ ਹੋਰ ਬਣਾ ਕੇ ਅੱਗੇ ਤੋਰੀਏ। ਜਿਵੇਂ ਡਬਲ ਰੋਟੀ ਬਣ ਗਈ, ਡੱਬਿਆਂ ਦੇ ਵਿੱਚ ਪਾਈਏ, ਜੂਸ ਬਣਾਈਏ ਕਿ ਅੱਗੇ ਉਹ ਕੁਝ ਆਪਾਂ ਲਿਆਉਣ ਨੂੰ ਤਿਆਰ। ਅਕਾਲੀ ਦਲ ਦਾ ਕਹਿਣਾ ਕਿ ਅਮਰਤ ਸਕੀਮ ਦੇ ਵਿੱਚ ਜਿਹੜਾ ਹਲਕਾ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਨੂੰ ਪਾਇਆ ਗਿਆ ਸੀ, ਪਰ ਕਾਂਗਰਸ ਨੇ ਜਿਹੜੇ ਪੈਸੇ ਲੈਣ ਤੋਂ ਨਾ ਕਰ। ਇਹ ਤਾਂ ਐਵੇਂ ਕਹਿੰਦੇ ਜੀ, ਅਕਾਲੀ ਦਲ ਕਿੱਦਾਂ, ਕਾਂਗਰਸ ਨੇ ਕਿੱਥੇ ਨਾ ਕੀਤੀ ਜੀ। ਮੋਦੀ ਦੀ ਸਰਕਾਰ ਰਹੀ ਹੈਗੀ 5 ਸਾਲ, ਇਹ ਵੀ ਉੱਥੇ ਸੀਗੇ। ਐਵੇਂ ਗੱਲਾਂ ਬਣਾਉਣੀਆਂ ਨਾ। ਅਮਰੁਤ ਸਕੀਮ ਦੇ ਪੈਸੇ ਆਏ ਨੇ ਤੇ ਲੱਗ ਰਹੇ ਨੇ। ਮੁਕਤਸਰ ਦੇ ਪੁਲ ਦਾ ਮੁੱਦਾ ਵਾਲਾ ਲਟਕਾਇਆ ਹੋਇਆ। ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਜੀ? ਸੁਖਬੀਰ ਬਾਦਲ ਨੇ 2 ਵਾਰੀ ਉਹਦੀ ਨੀਂਹ ਪੱਥਰ ਰੱਖੀ, ਦੇਰ ਲੱਗੀ ਗਿਆ ਉਹਨੂੰ ਬਣਾਉਣ 'ਚ, ਮਗਰ ਵਿੱਚੇ ਲੇਬਰ ਵੀ ਤਾਂ ਹੈ ਨਹੀਂ ਸੀ। ਕਰੋਨਾ ਕਰਕੇ ਸਾਰਾ ਕੁਝ ਠੱਪ ਹੋ ਗਿਆ ਸੀ ਨਾ ਜੀ। ਸਾਰੇ ਜਿਹੜੇ ਸੀਗੇ ਬਾਹਰਲੇ ਵੀ ਆਏ ਸੀਗੇ, ਜਿਹੜੇ ਇੰਜੀਨੀਅਰ ਵਗੈਰਾ, ਆਪਣੇ ਜਿਹੜੇ ਮਜ਼ਦੂਰ ਸੀਗੇ ਉਹ ਘੱਟ ਕੰਮ ਕਰਦੇ ਸੀ, ਕਿਉਂਕਿ ਸਭ ਡਰਦੇ ਸੀ ਕਿ ਮਹਾਮਾਰੀ ਹੈ। ਮਗਰ ਹੁਣ ਮੁਕੰਮਲ ਹੋਣ ਤੇ ਆ ਰਿਹਾ, ਤੁਹਾਡੇ ਸਾਹਮਣੇ ਹੈਗਾ। ਤੇ ਇਹ ਆਪਣੇ ਕਾਂਗਰਸ ਰਾਜ ਦੇ ਵਿੱਚ ਹੀ ਹੋਇਆ। ਅਕਾਲੀਆਂ ਨੇ ਤਾਂ ਐਵੇਂ ਸਾਨੂੰ ਲਾਰੇ ਲਾਏ ਸੀ। ਹਲਕਾ ਮੁਕਤਸਰ ਦੀ ਗੱਲ ਕਰੀਏ ਤਾਂ ਧੜੇਬੰਦੀ ਨੂੰ ਲੈ ਕੇ ਗੱਲ ਕਰੀਏ ਤਾਂ ਕੁਝ ਜਿਹੜੇ ਕਾਂਗਰਸ ਛੱਡ ਵੀ ਚੁੱਕੇ ਨੇ ਤੇ ਕੁਝ ਨਾਲ ਵੀ ਆ ਰਹੇ ਨੇ। ਅੱਗੇ ਨੂੰ ਹਾਲਾਤ ਕਿਦਾਂ ਲੱਗਦੇ ਨੇ? ਦੇਖੋ ਜੀ, ਜਿਹੜੀ ਧੜੇ ਬਣਦੀ ਸੀ ਨਾ, ਇਹ ਧੜੇ ਬਣੇ ਸੀ ਕਿਉਂਕਿ ਅਕਾਲੀ ਦਲ ਦੇ ਬੰਦੇ ਸਾਡੀ ਪਾਰਟੀ ਦੇ ਵਿੱਚ ਆ ਗਏ ਸੀ। ਹੁਣ ਉਹ ਧੜੇ ਵੰਡੀ ਜਾਊਗੀ ਵਾਪਸ ਅਕਾਲੀ ਦਲ ਦੇ ਵਿੱਚ। ਹੁਣ ਰੋਜ਼ੀ ਨੂੰ ਫਿਕਰ ਪਊ, ਸਾਨੂੰ ਨਹੀਂ। ਅਸੀਂ ਤਾਂ ਲੱਡੂ ਵੰਡਣ ਨੂੰ ਤਿਆਰ ਹੈ ਕਿ ਤੁਰ ਗਏ। ਤੁਹਾਡੇ ਹੱਕ ਵਿੱਚ ਫਤਵਾ ਆਉਂਦਾ ਤਾਂ ਬੀਬਾ ਕਨਕ ਕੌਰ ਬਰਾੜ ਦਾ ਹਲਕੇ ਲਈ ਕੀ ਯੋਗਦਾਨ ਹੋਊਗਾ, ਕੀ ਲੈ ਕੇ ਆਉਂਗੇ ਹਲਕਾ ਮੁਕਤਸਰ ਲਈ? ਜੋ ਕੰਮ ਬਰਾੜ ਸਾਹਿਬ ਨੇ ਸ਼ੁਰੂ ਕੀਤੇ ਸੀ ਉਹਨਾਂ ਨੂੰ ਮੁਕੰਮਲ ਕਰਨਾ। ਉਹਨਾਂ ਦੀ ਮੇਰੇ ਕੋਲ ਹੁਣੇ ਤੱਕ ਨੋਟਬੁੱਕ ਪਈ ਹੈ ਕਿ ਉਹ ਕੀ ਉਹਨਾਂ ਨੇ ਸੋਚਿਆ ਸੀ ਮੁਕਤਸਰ ਦੇ ਲਈ। ਇੱਕ ਤਾਂ ਸਾਡੀ DC ਕੰਪਲੈਕਸ ਜਿਹੜੀ ਆ ਉਹ ਅੱਧੀ ਬਣੀ ਹੋਈ ਆ, ਅੱਧੀ ਉੱਤੇ ਤੁਸੀਂ ਹੁਣ ਵੀ ਦੇਖੋ ਸਰੀਏ ਦਿਸਦੇ ਨੇ। ਸਾਡੇ ਕੋਲ ਸਰਕਟ ਹਾਊਸ ਵੀ ਹੈ ਨਹੀਂ। ਇਹ ਹੁਣ ਇਹ ਤਾਂ ਸਰਕਾਰੀ ਤੌਰ ਤੇ ਆਪਾਂ ਲਵਾਂਗੇ, ਮਗਰ ਸਭ ਤੋਂ ਜ਼ਿਆਦਾ ਜ਼ਰੂਰੀ ਇੱਥੇ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਲਈ ਨੌਕਰੀਆਂ ਦੇ ਸਾਧਨ ਲਈਏ। ਤੇ ਉਹ ਜੇ ਸਾਧਨ ਆਣਗੇ, ਨਾਲ ਦੀ ਨਾਲ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਤੇ ਉਹਦੇ ਨਾਲ ਦੇ ਨਾਲ ਇੱਥੇ ਖੁਸ਼ਹਾਲੀ ਹੋਊਗੀ, ਕਿਉਂਕਿ ਕਮਾਈਆਂ ਹੋਣਗੀਆਂ ਸਰਕਾਰ ਦੇ ਲਈ, ਤੇ ਉਹ ਪੈਸੇ ਮੁਕਤਸਰ ਦੇ ਵਿੱਚ ਅਸੀਂ ਫੇਰ ਲਗਾਵਾਂਗੇ। ਹਲਕੇ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ?
ਮੈਂ ਤਾਂ ਅਪੀਲ ਇਹੀ ਕਰੂੰਗੀ ਕਿ ਮਸਾਂ ਮੌਕਾ ਆਇਆ ਹੈ, ਆਪਾਂ ਸਹੀ ਤੇ ਹੋਣਹਾਰ ਗਰੀਬਾਂ ਦਾ ਮਸੀਹਾ ਇੱਕ ਮੁੱਖ ਮੰਤਰੀ ਚੁਣਿਆ ਹੈਗਾ, ਉਹਦਾ ਹੁਣ ਅਸੀਂ ਬਣਾਈਏ, ਸਾਰੇ ਜਣੇ ਆਪਣੇ ਕਮਰ ਕੱਸੀਏ ਤੇ ਚੰਨੀ ਜੀ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਨੂੰ ਫਿਰ ਤਰੱਕੀ ਦੇ ਲੀਹਾਂ ਦੇ ਉੱਤੇ ਫਿਰ ਲੈ ਕੇ ਆਈਏ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਅਸੀਂ ਜਿਹੜਾ ਹੁਣੇ ਹੀ ਬੀਬਾ ਕਰਨ ਕੌਰ ਬਰਾੜ ਜੀ ਨਾਲ ਗੱਲਬਾਤ ਕੀਤੀ ਹੈ। ਵਰਚੁਅਲ ਮੀਟਿੰਗ ਸੀ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ। ਮੁੱਖ ਮੰਤਰੀ ਦਾ ਜਿਹੜਾ ਚਰਨਜੀਤ ਸਿੰਘ ਨੂੰ ਐਲਾਨ ਦਿੱਤਾ ਗਿਆ, ਹਲਕਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਬੜੇ ਵੱਡੇ ਪ੍ਰੋਜੈਕਟ ਲੈ ਕੇ ਆਉਣ ਦੀ ਗੱਲ ਆਖੀ ਹੈ। ਸ਼੍ਰੀ ਮੁਕਤਸਰ ਸਾਹਿਬ ਤੋਂ ਭਜਨ ਸਿੰਘ ਸਮਾਗ।